ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम किसान ਵੀਰੋ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਯੂਰੀਆ ਤੇ ਪੋਟਾਸ਼ ਦੀ ਕੋਟਿੰਗ ਦੇ ਬਾਰੇ ਚ ਦੱਸਣ ਲੱਗਾ ਤੇ ਤਰੀਕਾ ਸਮਝਾਉਣ ਲੱਗਾ ਕਿ ਕੁਝ ਖਾਦਾਂ ਐਸੀਆਂ ਹੁੰਦੀਆਂ ਜਿਹੜੀਆਂ ਪਾਊਡਰ ਸ਼ਕਲ ਦੇ ਵਿੱਚ ਹੁੰਦੀਆਂ ਹਨ, ਜਿਸ ਤਰ੍ਹਾਂ SOP ਜਾਂ ਕੋਈ ਵੀ ਐਸੀ ਖਾਦ ਜਿਹੜੀ ਪਾਊਡਰ ਸ਼ਕਲ ਦੇ ਵਿੱਚ ਹੁੰਦੀ ਹੈ, ਜਿਸ ਨੂੰ ਛੱਟਾ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਜਿਸ ਟਾਈਮ ਅਸੀਂ ਛੱਟਾ ਕਰਦੇ ਹਾਂ ਤੇ ਉਹ ਧੂੜ ਦੀ ਸ਼ਕਲ ਦੇ ਵਿੱਚ ਹਵਾ ਦੀ ਵਜ੍ਹਾ ਤੋਂ ਅੱਧੀ ਜਿਹੜੀ ਉਹ ਖਾਦ ਹੁੰਦੀ ਉਹ ਜ਼ਾਇਆ ਹੋ ਜਾਂਦੀ ਹੈ। ਤੇ ਇਸ ਨੂੰ ਜ਼ਾਇਆ ਹੋਣ ਤੋਂ ਬਚਾਉਣ ਲਈ ਬਿਹਤਰ ਇਹ ਹੁੰਦਾ ਕਿ ਇਸ ਦੀ ਕੋਟਿੰਗ ਕਰ ਲਈ ਜਾਏ। ਤੇ ਇਸ ਦੀ ਕੋਟਿੰਗ ਕਰਨ ਦਾ ਤਰੀਕਾ ਇਹ ਹੈ ਕਿ ਤੁਸੀਂ ਕੋਈ ਵੀ ਦਾਣੇਦਾਰ ਖਾਦ ਲੈ ਲਓ। ਜਿਸ ਤਰ੍ਹਾਂ ਅਸੀਂ ਯੂਰੀਆ ਲਈਏ, ਤੁਸੀਂ DAP ਵੀ ਲੈ ਸਕਦੇ ਹੋ, ਕੋਈ ਵੀ ਖਾਦ ਲੈ ਸਕਦੇ ਹੋ ਜਿਹੜੀ ਦਾਣੇਦਾਰ ਸ਼ਕਲ ਦੇ ਵਿੱਚ ਹੋਵੇ। ਉਸ ਖਾਦ ਨੂੰ ਤੁਸੀਂ ਇਸ ਤਰ੍ਹਾਂ ਜ਼ਮੀਨ ਤੇ ਬਿਖੇਰ ਲੈਣਾ। ਅਗਰ ਤੁਹਾਡੇ ਕੋਲ ਸ਼ਾਵਰ ਮੌਜੂਦ ਹੈ ਤੇ ਤੁਸੀਂ ਹਲਕਾ ਹਲਕਾ ਸ਼ਾਵਰ ਦੇ ਨਾਲ ਪਾਣੀ ਦਾ ਛਿੜਕਾਓ ਕਰ ਲਓ। ਸਾਡੇ ਕੋਲ ਸ਼ਾਵਰ ਵੀ ਹੈ, ਲੇਕਿਨ ਅਸੀਂ ਤੁਹਾਨੂੰ ਲੋਟਾ ਇਸਤੇਮਾਲ ਕਰਕੇ ਵਿਖਾ ਰਹੇ ਹਾਂ, ਕਿਉਂਕਿ ਅਕਸਰ ਫਾਰਮਰ ਹਜ਼ਰਾਤ ਕੋਲ ਸ਼ਾਵਰ ਵਗੈਰਾ ਤਾਂ ਮੌਜੂਦ ਨਹੀਂ ਹੁੰਦਾ। ਸਪਰੇ ਮਸ਼ੀਨ ਵੀ ਤੁਹਾਡੇ ਸਾਹਮਣੇ ਪਈ ਹੈ, ਤੁਸੀਂ ਚਾਹੋ ਤਾਂ ਸਪਰੇ ਮਸ਼ੀਨ ਦੇ ਵਿੱਚ ਪਾਣੀ ਤੁਰਕਾਓ ਵੀ ਕਰ ਸਕਦੇ ਹੋ। ਪਾਣੀ ਤੁਰਕਾਓ ਕਰਨੇ ਦਾ ਮਕਸਦ ਇਹ ਹੈ ਕਿ ਜਿਹੜੀ ਖਾਦ ਹੈ ਥੋੜੀ ਜਿਹੀ ਗਿੱਲੀ ਹੋ ਜਾਵੇ। ਜਿਸ ਟਾਈਮ ਖਾਦ ਗਿੱਲੀ ਹੋ ਜਾਤੀ, ਉਸ ਤੋਂ ਬਾਅਦ ਜਿਹੜੀ ਪਾਊਡਰ ਸ਼ਕਲ ਦੇ ਵਿੱਚ ਸਾਡੇ ਕੋਲ SOP ਜਾਂ ਕੋਈ ਵੀ ਖਾਦ ਮੌਜੂਦ ਹੈ ਤੇ ਉਸ ਨੂੰ ਅਸੀਂ ਇਸ ਦੇ ਨਾਲ ਮਿਕਸ ਕਰਾਂਗੇ। ਤੇ ਜਿਹੜੀ ਇਹ ਦਾਣੇਦਾਰ ਖਾਦ ਹੈ, ਇਸ ਦੇ ਉੱਤੇ ਉਹ ਪਾਊਡਰ ਜਿਹੜਾ ਹੈ ਉਹਦੀ ਕੋਟਿੰਗ ਹੋ ਜਾਤੀ, ਜਿਸ ਦੀ ਵਜ੍ਹਾ ਤੋਂ ਇਹਦਾ ਛੱਟਾ ਕਰਨਾ ਬੜਾ ਆਸਾਨ ਹੋ ਜਾਤੀ। ਤੇ ਇਸ ਤਰ੍ਹਾਂ ਅਸੀਂ ਖਾਦ ਨੂੰ ਜ਼ਾਇਆ ਹੋਣ ਤੋਂ ਬਚਾ ਸਕਦੇ ਹਾਂ। ਚਲੋ ਹੁਣ ਦੋਨੋਂ ਅਸੀਂ ਕਰਕੇ ਵਿਖਾਉਂਦੇ ਹਾਂ ਕਿ ਇਸ ਦੀ ਕੋਟਿੰਗ ਕਿਸ ਤਰ੍ਹਾਂ ਕਰਨੀ ਹੈ।